ਅਸੀਂ ਗੱਲਬਾਤ ਕਰਾਂਗੇ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸੁਜਾਤਾ ਚਾਵਲਾ। 20 ਸਾਲ ਬਾਅਦ ਲੇਡੀਜ਼ ਨੂੰ ਪ੍ਰਧਾਨ ਬਣਾਇਆ ਗਿਆ। ਆਮ ਪਾਰਟੀ ਦੀ ਪਹਿਲ ਕਦਮੀ ਹੈ ਜੋ ਕਿ ਨਾਭਾ ਤੋਂ ਲੇਡੀਜ਼ ਸੁਜਾਤਾ ਚਾਵਲਾ ਨੂੰ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਬਣਾਇਆ ਗਿਆ। ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਬਹੁਤ ਬਹੁਤ ਤੁਹਾਡਾ ਸਵਾਗਤ ਹੈ ਚੈਨਲ ਤੇ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਚਾਵਲਾ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਆਮ ਪਾਰਟੀ ਵੱਲੋਂ ਤੁਹਾਨੂੰ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਨਗਰ ਕੌਂਸਲ ਨਾਭਾ ਦੇ ਸ਼ਹਿਰ ਦੇ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੁਹਾਨੂੰ? ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਗੁਰਦੇਵ ਸਿੰਘ MLA ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਹ ਸੀਟ ਨਵਾਜੀ ਹੈ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਡੇ ਤੇ, ਵਿਸ਼ਵਾਸ ਜਤਾਇਆ। ਇੱਕ ਤਾਂ ਪ੍ਰਧਾਨਗੀ ਦੀ ਸੀਟ ਜਿਹੜੇ ਅਸੀਂ ਗਰੀਬ ਪਰਿਵਾਰ ਵਿੱਚੋਂ ਸੀ, ਤੇ ਦੂਸਰਾ ਇੱਕ ਲੇਡੀਜ਼ ਹੋਣ ਦੇ ਨਾਤੇ ਇਹ ਨਹੀਂ ਸੋਚਿਆ ਵੀ ਹਾਂਜੀ ਲੇਡੀਜ਼ ਹੈ ਵੀ ਕੋਈ ਕੰਮ ਕਰ ਸਕਣਗੇ ਜਾਂ ਨਹੀਂ, ਤੇ ਲੇਡੀਜ਼ ਨੂੰ ਪਹਿਲ ਕਦਮੀ ਦਿੱਤੀ ਗਈ ਹੈ। ਉਸ ਲਈ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨਾਂ ਨੇ ਜੋ ਸਾਨੂੰ ਰਿਸਪੌਂਸਿਬਿਲਿਟੀ ਦਿੱਤੀ ਹੈ, ਜੋ ਉਹਨਾਂ ਦੀਆਂ ਉਮੀਦਾਂ ਨੇ, ਉਹਦੇ ਤੇ ਅਸੀਂ ਖਰੇ ਉਤਰ ਸਕੀਏ ਜੀ। ਬਿਲਕੁਲ ਪ੍ਰਧਾਨ ਜੀ, ਜ਼ਿੰਮੇਵਾਰੀ ਬਹੁਤ ਵੱਡੀ ਆ। ਦਿੱਕਤਾਂ ਮੁਸ਼ਕਲਾਂ ਬਹੁਤ ਦੇਖਣੀਆਂ ਪੈ ਰਹੀਆਂ ਨੇ। ਹਾਂਜੀ, ਬਹੁਤ ਮੁਸ਼ਕਿਲਾਂ ਆ ਰਹੀਆਂ ਨੇ ਜੀ, ਕਿਉਂਕਿ ਪਹਿਲਾਂ ਨਾਭੇ ਵਿੱਚ ਮਤਲਬ ਜਿੱਥੇ ਵੀ ਅਸੀਂ ਕੋਈ ਸਾਈਟ ਤੇ ਜਾਂਦੇ ਹਾਂ, ਕੋਈ ਬੁਲਾਵਾ ਆਉਂਦਾ ਵੀ ਹਾਂਜੀ ਤੁਸੀਂ ਇੱਥੇ ਆ ਕੇ ਪ੍ਰਧਾਨ ਜੀ ਦੇਖੋ, ਇੱਥੇ ਆ ਕੇ ਦੇਖੋ, ਜਿੱਥੇ ਵੀ ਅਸੀਂ ਜਾਂਦੇ ਹਾਂ ਤੇ ਮਤਲਬ ਇਹ ਲੱਗਦਾ ਵੀ 10 ਸਾਲ ਹੋ ਗਏ ਵੀ ਕੁਝ ਹੋਇਆ ਹੀ ਨਹੀਂ ਹੈਗਾ। ਕਿਸੇ ਨਾਲੇ ਦੀ ਸਫਾਈ ਹੈ ਜਾਂ ਕਿਤੇ ਲੋਕੀ ਬਹੁਤ ਕਸ਼ਟ ਕੱਟ ਰਹੇ ਨੇ, ਗਲੀਆਂ ਵਿੱਚ ਪਾਣੀ ਹੋਇਆ ਪਿਆ, ਆਉਣ ਜਾਣ ਦਾ ਲਾਂਘਾ ਹੀ ਬੜੀ ਦਿੱਕਤ ਹੋਈ ਪਈ ਹੈ ਤੇ ਸਾਰੀਆਂ ਬੜੀਆਂ ਦਿੱਕਤ ਆ ਰਹੀਆਂ ਨੇ ਤੇ ਸਾਰੇ ਕੰਮ ਇਸ ਤਰ੍ਹਾਂ ਲੱਗਦਾ ਇੱਕਦਮ ਹੀ ਆ ਗਏ। ਤੇ ਮਤਲਬ ਕੋਸ਼ਿਸ਼ ਕਰ ਰਹੇ ਸੀ ਵੀ 1 ਬਾਈ 1 ਸਾਰੇ ਕੰਮ ਕਰਨ ਦੀ, ਤੇ ਹੌਲੀ ਹੌਲੀ ਮਤਲਬ ਸਾਡਾ ਪ੍ਰੋਸੈਸ ਚੱਲ ਰਿਹਾ ਹੈ। ਸਾਰੇ ਡੰਪ ਮੁਕਤ ਸ਼ਹਿਰ ਵੀ ਕਰਨਾ, ਅਸੀਂ ਸਫਾਈ ਵੀ ਰੱਖਣੀ ਹੈ। ਤੇ ਜਿਵੇਂ ਤੁਸੀਂ ਦੇਖ ਰਹੇ ਹੋਵੋਗੇ ਕਿ ਲਾਈਵ ਹਮੇਸ਼ਾ ਹੋ ਜਾਂਦੇ ਆ, ਜਿਹੜਾ ਵੀ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਡੰਪ ਅਸੀਂ ਖਾਲੀ ਕੀਤੇ ਨੇ ਜੀ। ਡੰਪ ਲਗਭਗ 3 ਸਾਡੇ ਪੂਰਨ ਤੌਰ ਤੇ ਖਾਲੀ ਹੋ ਚੁੱਕੇ ਨੇ ਤੇ ਚੌਥੇ ਦੀ ਕਾਰਵਾਈ ਚੱਲ ਰਹੀ। ਇੱਕ ਮੋਤੀ ਮਹਿਲ ਦੇ ਬਾਹਰ ਡੰਪ ਮੁਕਤ ਕੀਤਾ ਤੇ ਇੱਕ ਹਾਈ ਕੋਰਟ ਦੇ ਬਾਹਰ ਤੇ ਇੱਕ ਡਾਕਖਾਨੇ ਵਾਲਾ, 3 ਡੰਪ ਬਿਲਕੁਲ ਹਾਂਜੀ ਕਲੀਅਰ ਕਰਤੇ ਜੀ। ਹੌਲੀ ਹੌਲੀ ਸ਼ਹਿਰ ਦਾ ਕੂੜਾ ਕਰਕਟ ਬਿਲਕੁਲ ਖਤਮ ਕਰਨਾ ਹੈ। ਸਾਡੀ ਇਹੀ ਉਮੀਦ ਹੈ ਕਿ ਲੋਕ ਸਾਡਾ ਇਸ ਦੇ ਵਿੱਚ ਸਾਥ ਦੇਣਗੇ ਜੀ। ਬਿਲਕੁਲ ਚਾਵਲਾ ਜੀ, ਕਿਸ ਤਰ੍ਹਾਂ ਤੁਹਾਨੂੰ ਸ਼ੌਂਕ ਹੈ ਜਿਹੜਾ ਰਾਜਨੀਤੀ ਦੇ ਵਿੱਚ ਜਾਗਿਆ? ਤੁਹਾਨੂੰ ਕਦੋਂ ਤੁਸੀਂ ਰਾਜਨੀਤੀ ਜਿਹੜੀ ਸ਼ੁਰੂ ਕੀਤੀ ਆ? ਸਾਨੂੰ ਅੱਜ ਤੋਂ 13-14 ਸਾਲ ਹੋ ਗਏ ਜੀ ਰਾਜਨੀਤੀ ਸ਼ੁਰੂ ਕੀਤੀਆਂ। ਤੇ ਜਿਹੜੀ ਪਹਿਲੀ ਇਲੈਕਸ਼ਨ ਸੀਗੀ ਉਸ ਤੋਂ ਇਲੈਕਸ਼ਨ ਆਉਣ ਤੋਂ 4 ਸਾਲ ਪਹਿਲਾਂ ਹੀ ਅਸੀਂ ਕੰਮਕਾਰ ਆਪਣਾ ਸ਼ੁਰੂ ਕਰ ਚੁੱਕੇ ਸੀ। ਤੇ ਜਦੋਂ ਪਹਿਲੀ ਇਲੈਕਸ਼ਨ ਆਈ ਤੇ ਲੋਕਾਂ ਨੂੰ ਇਹੀ ਸੀਗਾ ਕਿ ਸ਼ਾਇਦ ਇਹ ਦੂਸਰੀ ਇਲੈਕਸ਼ਨ ਹੈ ਤੁਹਾਡੀ, ਵੀ ਪਹਿਲਾਂ ਵੀ ਤੁਸੀਂ ਜਿੱਤ ਸਕਿਓ। ਸਾਨੂੰ ਇਹੀ ਗੱਲ ਕਹੀ ਵੀ ਨਹੀਂ, ਸਾਡੀ ਇਹ ਫਸਟ ਇਲੈਕਸ਼ਨ ਹੈ। ਕਿਉਂਕਿ ਪਹਿਲਾਂ ਇਹ ਹੁੰਦਾ ਸੀਗਾ ਜੀ ਜਦੋਂ ਇਲੈਕਸ਼ਨ ਆਈ ਹੈ ਤੇ ਮਹੀਨਾ ਪਹਿਲਾਂ ਸਾਰੇ ਨਿਕਲ ਕੇ ਬਾਹਰ ਆਉਂਦੇ ਸੀ ਤੇ ਕੰਮ ਸ਼ੁਰੂ ਕਰਦੇ ਸੀ। ਪਰ ਸਾਡਾ ਪ੍ਰੋਸੈਸ ਇਹ ਸੀਗਾ ਕਿ ਅਸੀਂ ਲੋਕਾਂ ਨੂੰ ਪਹਿਲਾਂ ਕੰਮ ਕਰਕੇ ਦਿਖਾਉਣਾ ਹੈ। 4 ਸਾਲ ਅਸੀਂ ਕੰਮ ਕੀਤੇ, ਆਪਣੇ ਪੱਲਿਓਂ ਵੀ ਕੰਮ ਕੀਤੇ ਤੇ ਉਸ ਤੋਂ ਬਾਅਦ ਅਸੀਂ ਇਲੈਕਸ਼ਨ ਵਿੱਚ ਆਏ ਤੇ ਕਾਫੀ ਵੱਡੀ ਲੀਡ ਦੇ ਵਿੱਚ ਅਸੀਂ ਜਿੱਤੇ। ਤੇ ਸੈਕਿੰਡ ਟਾਈਮ ਵੀ ਮਤਲਬ ਲੋਕਾਂ ਨੂੰ ਸਾਡੇ ਤੇ ਪੂਰਾ ਵਿਸ਼ਵਾਸ ਸੀ, ਅਸੀਂ ਲੋਕਾਂ ਦੀ ਉਮੀਦਾਂ ਤੇ ਖਰੇ ਉਤਰੇ, ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਸੁਣੀਆਂ, ਮੁਸ਼ਕਿਲਾਂ ਸੁਣੀਆਂ ਤੇ ਦੂਸਰੀ ਵਾਰ ਵੀ ਬੜੀ ਅੱਛੀ ਲੀਡ ਤੇ ਲੋਕਾਂ ਨੇ ਸਾਨੂੰ ਜਿਤਾਇਆ ਹੈ। ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਇਸ ਸੀਟ ਤੇ ਬੈਠੇ ਹਾਂ ਤੇ ਦੇਵਮਾਨ ਜੀ ਨੂੰ ਵੀ, MLA ਸਾਹਿਬ ਨੂੰ ਸਾਡੇ ਤੇ ਇਹੀ ਭਰੋਸਾ ਹੈ ਕਿ ਜਿਵੇਂ ਅਸੀਂ ਆਪਣੇ ਵਾਰਡ ਦੇ ਵਿੱਚ ਕੰਮ ਕੀਤੇ ਨੇ ਤੇ ਉਵੇਂ ਹੀ ਅਸੀਂ ਇੱਥੇ ਆਪਣੇ ਕੰਮ ਵੀ ਪੂਰੇ ਕਰਾਂਗੇ। ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਗ੍ਰਿਡ ਚੌਂਕ ਨਾਲਾ ਉੱਥੇ ਬੜੀ ਸੀਵਰੇਜ ਦੀ ਪ੍ਰੋਬਲਮ ਸੀਗੀ। ਘੱਟੋ ਘੱਟ 10-15 ਸਾਲ ਹੋ ਗਏ ਸੀ ਜੀ ਉੱਥੇ ਇਸ ਪ੍ਰੋਬਲਮ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਸੀ। 1 ਹਫ਼ਤਾ ਸਾਨੂੰ ਮਿਲਿਆ, 1 ਹਫ਼ਤੇ ਦੇ ਵਿੱਚ ਮਹੀਨਾ ਮੇਰੀ ਅੱਜ ਪੂਰਾ ਹੋ ਚੁੱਕੇ ਹੈ ਤੇ 1 ਹਫ਼ਤੇ ਦੇ ਵਿੱਚ ਅਸੀਂ ਉਹ ਕੰਮ ਮੁਕੰਮਲ ਕਰਤਾ, ਪੂਰਾ ਕਰਤਾ ਤੇ ਉੱਥੇ ਵੀ ਲੋਕੀ ਬਹੁਤ ਜ਼ਿਆਦਾ ਖੁਸ਼ ਨੇ। ਪਹਿਲੀ ਚੋਣ ਕਦੋਂ ਲੜੀ ਤੁਸੀਂ? ਪਹਿਲੀ ਚੋਣ ਜਿੱਤੀ? ਫਿਰ ਜਦੋਂ ਪਹਿਲੀ ਚੋਣ ਦੇ ਵਿੱਚ ਤੁਸੀਂ ਕਾਉਂਸਲਰ ਬਣੇ, ਕਦੋਂ, ਕਿਹੜੇ ਸਾਲ 'ਚ ਬਣੇ ਤੁਸੀਂ? ਪਹਿਲੀ ਚੋਣ ਤੁਸੀਂ? ਹਾਂਜੀ, ਪਹਿਲੀ ਇਲੈਕਸ਼ਨ ਅਸੀਂ ਬੜੀ ਵੱਡੀ ਲੀਡ ਤੇ ਜਿੱਤੀ ਤੇ ਉਸ ਤੋਂ ਬਾਅਦ ਸੈਕਿੰਡ ਆਈ 6 ਸਾਲ ਬਾਅਦ ਇਲੈਕਸ਼ਨ ਆਈ ਤੇ ਉਹ ਵੀ ਬੜੀ ਅੱਛੀ ਲੀਡ ਤੇ ਅਸੀਂ ਜਿੱਤੀ ਤੇ ਕੰਮ ਮੁਕੰਮਲ ਚੱਲ ਰਹੇ ਨੇ। ਲੋਕਾਂ ਨੂੰ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਸਾਡਾ ਸਾਥ ਦਿਓ। ਹਲੇ 1 ਮਹੀਨਾ ਹੋਇਆ, ਕੰਮ ਬਹੁਤ ਨੇ। ਦੇਵਮਾਨ ਜੀ ਦਾ ਜਿਵੇਂ ਆਦੇਸ਼ ਹੈ, ਕਲੀਨ ਸਿਟੀ ਗ੍ਰੀਨ ਸਿਟੀ, ਮੈਂ ਨਾਭਾ ਹਾਂ, ਮੈਂ ਤੁਹਾਡਾ ਹਾਂ, ਅਸੀਂ ਉਹਦੇ ਤੇ ਪੂਰੇ ਖਰੇ ਉਤਰ ਰਹੇ ਹਾਂ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਲੋਗਨ ਬਣਿਆ ਰਵੇ ਤੇ ਇਹ ਸਲੋਗਨ ਚਮਕੇ। ਲੋਕਾਂ ਨੂੰ ਇਹ ਨਾ ਹੋਵੇ ਕਿ ਪਹਿਲਾਂ ਸਾਨੂੰ ਇਹ ਗੱਲਾਂ ਇਲੈਕਸ਼ਨ ਦੇ ਵਿੱਚ ਬਹੁਤ ਸੁਣਨ ਨੂੰ ਆਈਆਂ ਨੇ ਜੀ ਵੀ ਇਹਨਾਂ ਦਾ ਕੋਈ ਸਟੈਂਡਰਡ ਨਹੀਂ ਹੈ। ਸਟੈਂਡਰਡ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ
ਕਿ ਸਟੈਂਡਰਡ ਸਾਡਾ ਕੀ ਹੋਊਗਾ ਜਦ ਨਾਭਾ ਹੀ ਇੰਨਾ ਡਾਊਨ ਸਟੈਂਡਰਡ ਹੋਇਆ ਪਿਆ। ਪਹਿਲਾਂ ਨਾਭੇ ਦਾ ਸਟੈਂਡਰਡ ਉੱਚਾ ਹੋਊਗਾ ਤਾਂ ਸਾਡਾ ਸਟੈਂਡਰਡ ਆਪਣੇ ਆਪ ਹੀ ਉੱਚਾ ਹੋ ਜਾਣਾ। ਅਸੀਂ ਉਹ ਸਟੈਂਡਰਡ ਨੂੰ ਕੀ ਕਰਨਾ ਜਿਹੜਾ ਅਸੀਂ ਕੁਰਸੀ ਤੇ ਬੈਠ ਕੇ ਉਰੇ ਏਸੀਆਂ ਵਿੱਚ ਬੈਠੇ ਰਹੀਏ ਤੇ ਨਾਭਾ ਸਾਰਾ ਹਾਏ ਹਾਏ ਕਰ ਰਿਹਾ ਹੋਵੇ, ਸਾਰੇ ਲੋਕੀ ਉੱਥੇ ਦੁਖੀ ਹੋ ਰਹੇ ਹੋਣ। ਤੇ ਇਹ ਸਟੈਂਡਰਡ ਸਾਨੂੰ ਨਹੀਂ ਚਾਹੀਦਾ ਹੈਗਾ। ਸਾਨੂੰ ਉਹ ਸਟੈਂਡਰਡ ਚਾਹੀਦਾ ਜਦੋਂ ਸਾਡੇ ਲੋਕਾਂ ਦਾ ਜੀਵਨ ਸਤਰ ਵੀ ਉੱਚਾ ਹੋਵੇ, ਉਹ ਦੁਖੀ ਨਾ ਹੋਣ, ਉਹਨਾਂ ਦੀਆਂ ਸਾਰੀਆਂ ਪ੍ਰੋਬਲਮ ਸੌਟ ਆਊਟ ਹੋ ਜਾਣ। ਗਲੀਆਂ ਵਿੱਚ ਉਹਨਾਂ ਨੂੰ ਪਾਣੀ ਦੀ ਬਹੁਤ ਦਿੱਕਤ ਹੈ, ਉਹ ਦਿੱਕਤ ਨਾ ਆਵੇ। ਲੋਕਾਂ ਦੇ ਘਰਾਂ ਦੇ ਅੱਗੇ ਕੂੜਾ ਸੁੱਟਿਆ ਹੁੰਦਾ, ਉਹ ਦਿੱਕਤ ਨਾ ਆਵੇ। ਜਦੋਂ ਉਹਨਾਂ ਦਾ ਇਹ ਸਟੈਂਡਰਡ ਮੇਨਟੇਨ ਹੋ ਜਾਊਗਾ ਤਾਂ ਸਾਡਾ ਸਟੈਂਡਰਡ ਆਪਣੇ ਆਪ ਮੇਨਟੇਨ ਹੋਣਾ ਜੀ। ਵੱਡੀ ਸੋਚ ਲੈ ਕੇ ਚੱਲੇ ਤੇ ਸੋਚ ਕਾਮਯਾਬ ਹੋਊਗੀ। ਬਿਲਕੁਲ ਜੀ। ਸਾਡੇ ਸਿਰ ਤੇ ਹੈ ਇਹ ਦੇਵਮਾਨ ਸਰ ਜੀ ਦਾ ਸਾਨੂੰ ਆਦੇਸ਼ ਹੈ ਤੇ ਬਹੁਤ ਵੱਡਾ ਸਾਨੂੰ ਸਾਥ ਵੀ ਮਿਲ ਰਿਹਾ ਹੈ। ਸਾਨੂੰ ਏਡੀਸੀ ਦਾ ਬਹੁਤ ਵਧੀਆ ਸਾਥ ਮਿਲ ਰਿਹਾ ਹੈ। ਗੌਤਮ ਜੈਨ ਜੀ ਏਡੀਸੀ ਸੀਗੇ ਤੇ ਉਹਨਾਂ ਨੇ ਸਾਨੂੰ ਬਹੁਤ ਐਪਰੀਸ਼ੀਏਟ ਵੀ ਕੀਤਾ ਤੇ ਉਹਨਾਂ ਨੇ ਸਾਨੂੰ ਮਤਲਬ ਸਾਥ ਦੇਣ ਦੀ ਵੀ ਪੂਰੀ ਉਮੀਦ ਕੀਤੀ ਵੀ ਜਿੱਥੇ ਵੀ ਤੁਹਾਨੂੰ ਕੋਈ ਚੀਜ਼ ਦੀ ਦਿੱਕਤ ਹੈ ਕਿ ਮੈਂ ਪ੍ਰੋਵਾਈਡ ਕਰੂੰਗਾ, ਤੁਸੀਂ ਸਫਾਈ ਕਰੋ। ਤੇ ਸਾਡੇ ਆਟੋ ਹਰ ਵਕਤ ਲੱਗੇ ਹੋਏ ਨੇ, JCB ਸਾਡੀ ਲੱਗੀ ਹੋਈ ਹੈ, ਕਿਉਂਕਿ ਇਸ ਤਰ੍ਹਾਂ ਲੱਗਦਾ ਕਿ ਪੂਰਾ ਨਾਭਾ ਇੱਕ ਕੂੜਾ ਘਰ ਹੀ ਬਣਿਆ ਹੋਇਆ ਹੈ ਤੇ ਉਹਨੂੰ ਸਾਫ਼ ਕਰਨ ਨੂੰ ਬਹੁਤ ਟਾਈਮ ਲੱਗ ਰਿਹਾ ਹੈ। ਤੇ ਹੌਲੀ ਹੌਲੀ ਅਸੀਂ ਆਪਣੀ ਮਤਲਬ ਸੋਚ ਵਿੱਚ ਕਾਮਯਾਬ ਵੀ ਹੋ ਰਹੇ ਹਾਂ। ਆਪਣੇ ਜਿਹੜੇ ਅਸੀਂ ਸੋਚੇ ਸੀਗੇ ਵੀ ਇਸ ਨੂੰ ਕਲੀਨ ਬਣਾਉਣਾ ਤੇ ਉਹਦੇ ਵਿੱਚ ਕਾਮਯਾਬ ਹੋ ਰਹੇ ਹਾਂ। ਕਿਸੇ ਹੱਦ ਤੱਕ, ਕਾਫੀ ਹੱਦ ਤੱਕ ਸਾਨੂੰ ਲੋਕ ਵੀ ਸਾਥ ਦੇ ਰਹੇ ਨੇ, ਪਰ ਕਈ ਪਾਰਟੀਬਾਜ਼ੀਆਂ ਦੇ ਵਿੱਚ ਮਤਲਬ ਇਹ ਹੈ ਕਿ ਵਿਰੋਧ ਕੀਤਾ ਜਾਵੇ ਪਾਰਟੀਬਾਜ਼ੀ ਦੇ ਤੌਰ ਤੇ। ਵਿਰੋਧੀਆਂ ਦਾ ਕੰਮ ਵਿਰੋਧ ਕਰਨਾ ਹੁੰਦਾ, ਕੰਮ ਕਰਨ ਵਾਲਿਆਂ ਦਾ ਕੰਮ ਬਿਲਕੁਲ ਮੈਂ ਉਹੀ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਪਹਿਲਾਂ ਅਸੀਂ MC ਸੀਗੇ ਤਾਂ ਉਦੋਂ ਹਾਈ ਕੋਰਟ ਦੇ ਡੰਪ ਨੂੰ ਲੈ ਕੇ ਸਾਨੂੰ ਬਹੁਤ ਕਿਹਾ ਜਾਂਦਾ ਸੀਗਾ ਵੀ ਤੁਸੀਂ ਇਹ ਡੰਪ ਨਹੀਂ ਖਾਲੀ ਕੀਤਾ ਜੀ, ਇਹ ਡੰਪ ਖਾਲੀ ਕਰਕੇ ਦਿਖਾਓ ਜੀ। ਉਦੋਂ ਫੋਟੋਆਂ ਪਾਈਆਂ ਜਾਂਦੀਆਂ ਸੀਗੀਆਂ। ਡੰਪ ਹੈ ਤਾਂ ਉੱਥੇ ਕੂੜਾ ਤਾਂ ਗਿਰੇਗਾ ਹੀ ਗਿਰੇਗਾ। ਤੇ ਥੋੜਾ ਜਿਹਾ ਉਦੋਂ ਬਾਹਰ ਆ ਜਾਂਦਾ ਸੀ, ਨਾਲ ਦੀ ਨਾਲ ਫੋਟੋਆਂ ਪਾ ਕੇ ਮੈਨੂੰ ਟਾਰਗੇਟ ਕੀਤਾ ਜਾਂਦਾ ਸੀ, ਮੇਰੇ ਹਸਬੈਂਡ ਨੂੰ ਟਾਰਗੇਟ ਕੀਤਾ ਜਾਂਦਾ ਸੀ। ਮੈਂ ਇਹੀ ਵਿਰੋਧੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਅੱਜ ਉਹ ਡੰਪ ਮੁਕਤ ਹੈ, ਬਿਲਕੁਲ ਕਲੀਨ ਹੋ ਚੁੱਕੇ ਹੈ ਤੇ ਅੱਜ ਤੁਸੀਂ ਕਿੱਥੋਂ, ਅੱਜ ਤੁਹਾਡੀਆਂ ਫੋਟੋਆਂ ਕਿੱਥੇ ਨੇ? ਬਿਲਕੁਲ ਸੁਜਾਤਾ ਚਾਵਲਾ ਜੀ, ਕੰਮ ਇਸ ਪਾਰਟੀ ਦੇ ਵਿੱਚ ਕਰਨ ਦਾ ਕਿੰਨਾ ਕੁ ਮਜ਼ਾ ਆਇਆ ਤੇ ਪਿਛਲੀ ਪਾਰਟੀ 'ਚ ਕਰਨ ਦਾ ਕਿੰਨਾ ਕੁ ਮਜ਼ਾ ਆਇਆ? ਇਸ ਪਾਰਟੀ 'ਚ ਕੰਮ ਕਰਨ ਦਾ ਜੀ ਬਹੁਤ ਮਜ਼ਾ ਆ ਰਿਹਾ ਹੈ। ਤੇ ਕਿਵੇਂ ਪਹਿਲਾਂ ਫਰਕ ਸੀਗਾ ਕਿ ਕਹਿਣਾ ਪੈਂਦਾ ਸੀਗਾ, ਮੈਂ ਜਿਹੜੇ ਪਹਿਲਾਂ ਪ੍ਰਧਾਨ ਰਹਿ ਚੁੱਕੇ ਸੀ ਉਹਨਾਂ ਨੂੰ ਕਹਿਣਾ ਪੈਂਦਾ ਸੀਗਾ, 2 ਵਾਰ ਕਹਿਣਾ ਪੈਂਦਾ ਸੀ, 10 ਵਾਰ ਕਹਿਣਾ ਪੈਂਦਾ ਸੀ, ਕੰਮ ਹੋਵੇ ਨਾ ਹੋਵੇ ਕੋਈ ਉਮੀਦ ਨਹੀਂ ਹੁੰਦੀ ਸੀਗੀ। ਤੇ ਇਸ ਪਾਰਟੀ ਵਿੱਚ ਮਤਲਬ ਲੋਕ ਸਾਨੂੰ ਡਾਇਰੈਕਟ ਕਾਲ ਕਰਦੇ ਨੇ, MC ਸਾਡੇ ਕੋਲ ਖੁਦ ਆਪਣੀਆਂ ਪ੍ਰੋਬਲਮਸ ਲੈ ਕੇ ਆ ਜਾਂਦੇ ਨੇ ਤੇ ਨਾਲ ਦੀ ਨਾਲ ਸਾਡੇ ਅੱਗੇ ਰੱਖੇ ਹੋਏ ਨੇ ਵਰਕਰ, ਉਹਨਾਂ ਨੂੰ ਕਹੀਦਾ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਤੇ ਨਾਲ ਦੀ ਨਾਲ ਕੰਮ ਹੋ ਜਾਂਦੇ ਨੇ। ਇਹੀ ਚੀਜ਼ ਬੜੀ ਪਹਿਲਾਂ ਸਾਡੇ ਅੰਦਰ ਘੁੱਟਦੀ ਸੀਗੀ ਕਿ ਲੋਕੀ ਦੁਖੀ ਹੋ ਕੇ, ਪਰੇਸ਼ਾਨ ਹੋ ਕੇ ਸਾਡੇ ਕੋਲ ਮੁਸੀਬਤਾਂ ਲੈ ਕੇ ਆਉਂਦੇ ਨੇ। ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੋਇਆ ਹੈ ਕਿ ਅਸੀਂ ਤੁਹਾਡੇ MC ਆ, ਅਸੀਂ ਤੁਹਾਨੂੰ ਕਦੇ ਦਫ਼ਤਰ ਦਾ ਮੂੰਹ ਨਹੀਂ ਦੇਖਣ ਦੇਵਾਂਗੇ, ਕਿਸੇ ਵੀ ਦਫ਼ਤਰ ਦਾ ਮੂੰਹ ਨਹੀਂ ਦੇਖਣ ਦੇਵਾਂਗੇ ਕਿ ਜੋ ਵੀ ਤੁਹਾਡੀ ਪ੍ਰੋਬਲਮ ਹੈ ਤੁਸੀਂ ਸਾਡੇ ਕੋਲ ਲੈ ਕੇ ਆਓ, ਅਸੀਂ ਉਹਦਾ ਹੱਲ ਕਰਾਂਗੇ। ਪਰ ਹੋਰ ਜਗ੍ਹਾ ਤੇ ਅਸੀਂ ਸਾਰੀ ਜਗ੍ਹਾ ਤੇ ਹੱਲ ਕਰ ਦਿੰਦੇ ਸੀਗੇ ਤੇ ਪਰ ਇੱਥੇ ਜਦੋਂ ਕਮੇਟੀ ਦੀ ਗੱਲ ਆਉਂਦੀ ਸੀ ਉਦੋਂ ਸਾਨੂੰ ਬੜੀ ਦਿੱਕਤ ਆਉਂਦੀ ਸੀ ਵੀ ਕਿਹਨੂੰ ਕਹੀਏ, ਪੂਰੇ ਕੋਈ ਸੁਣਵਾਈ ਨਹੀਂ ਹੁੰਦੀ ਸੀ ਕਿਸੇ ਦੀ ਵੀ, ਸਾਡੀ MCਆਂ ਦੀ ਹੀ ਨਹੀਂ ਸੁਣਵਾਈ ਹੁੰਦੀ ਸੀ, ਲੋਕਾਂ ਦੀ ਤਾਂ ਬੜੀ ਦੂਰ ਦੀ ਗੱਲ ਹੋ ਜਾਂਦੀ ਸੀਗੀ ਤੇ ਉਦੋਂ ਲੋਕਾਂ ਨੂੰ ਜਵਾਬ ਦੇਣਾ ਬੜਾ ਔਖਾ ਹੁੰਦਾ ਸੀਗਾ। ਤੇ ਉਦੋਂ ਵੀ ਅਸੀਂ ਮਤਲਬ ਕੋਸ਼ਿਸ਼ ਕੀਤੀ ਕਿ ਚਲੋ ਜਿਹੜੇ ਕੰਮ ਕਮੇਟੀ 'ਚ ਨਹੀਂ ਹੋ ਸਕਦੇ ਅਸੀਂ ਆਪਣੇ ਪਰਸਨਲ ਖਾਤੇ ਵਿੱਚੋਂ ਵੀ ਕੀਤੇ ਤੇ ਲੋਕਾਂ ਨੂੰ ਇਹ ਵੀ ਬੜਾ ਲੋਕਾਂ ਨੇ ਐਪਰੀਸ਼ੀਏਟ ਕੀਤਾ। ਜਿੰਨਾ ਕੁ ਅਸੀਂ ਕਰ ਸਕਦੇ ਸੀ ਜੋ ਉਹਨਾਂ ਕੀਤਾ। ਪੁਲੀਆਂ ਆਪਣੇ ਵੱਲੋਂ ਬਣਵਾਈਆਂ ਜਾਂ ਨਾਲੀਆਂ ਦੀ ਸਫਾਈ ਹੁੰਦੀ ਸੀ ਅਸੀਂ ਆਪਣੇ ਵੱਲੋਂ ਲਗਵਾਈ ਤੇ ਇੱਕ ਬੰਦਾ ਸਾਡਾ ਮਜ਼ਦੂਰ ਸਾਡਾ ਹਰ ਵਕਤ ਲੱਗਿਆ ਹੀ ਰਹਿੰਦਾ ਸੀਗਾ, ਉਹਨੂੰ ਤਨਖਾਹ ਅਸੀਂ ਆਪਣੇ ਸਿਰ ਤੇ ਹੀ ਦਿੰਦੇ ਸੀਗੇ ਤੇ ਲਾਈਟਾਂ ਵਾਸਤੇ ਅਸੀਂ ਬੰਦੇ ਆਪ ਬੁਲਾਉਂਦੇ ਸੀਗੇ, ਆਪ ਕਰਵਾਉਂਦੇ ਸੀਗੇ। ਮਤਲਬ ਕਮੇਟੀ ਵੱਲੋਂ ਬਹੁਤ ਘੱਟ ਸਾਥ ਸੀਗਾ ਪਰ ਫਿਰ ਵੀ ਅਸੀਂ ਲੋਕਾਂ ਨੂੰ ਪੂਰਾ ਆਪਣੇ ਸੈਟੀਸਫਾਈ ਰੱਖਣ ਦੀ ਕੋਸ਼ਿਸ਼ ਕੀਤੀ। ਵੱਡੀਆਂ ਜਿਹੜੀਆਂ ਸੜਕਾਂ ਦੀ ਦਿੱਕਤ ਆਉਂਦੀ ਸੀ ਉਹ ਵੀ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਮਰਜ਼ੀ ਕਰਵਾਇਆ, ਚਾਹੇ ਹੱਸ ਕੇ ਕਰਵਾਈਆਂ ਚਾਹੇ ਲੜ ਕੇ ਕਰਵਾਈਆਂ, ਫਿਰ ਵੀ ਅਸੀਂ ਕਰਵਾ ਹੀ ਲਿੱਤੀ। ਇਹ ਆਪਣੇ ਵਿੱਚ ਹੋਣਾ ਚਾਹੀਦਾ ਹੈ ਕਿ ਹਨਾ ਅਸੀਂ ਕੰਮ ਕਿਵੇਂ ਕਰਵਾਉਂਦੇ। ਲੋਕੀ ਸਾਡੇ ਕੋਲ ਆਸ ਲੈ ਕੇ ਆਉਂਦੇ ਸੀਗੇ, ਪਿਆਰ ਨਾਲ ਨਹੀਂ ਕੰਮ ਹੁੰਦੇ ਸੀ ਤਾਂ ਅਸੀਂ ਲੜ ਕੇ ਕੰਮ ਕਰਵਾਏ। ਬਿਲਕੁਲ, ਕਹਿੰਦੇ ਇੱਕ ਔਰਤ ਆ ਜਿਹਨੇ ਨਾਭੇ ਨੂੰ ਸੁੰਦਰਤਾ ਦੇ ਵੱਲ ਲਿਜਾਇਆ ਗਿਆ, ਪਰ 20 ਸਾਲ ਪਹਿਲਾਂ ਵੀ ਇੱਕ ਔਰਤ ਪ੍ਰਧਾਨ ਰਹੀ ਸੀ, ਪਰ ਤੁਹਾਨੂੰ 20 ਸਾਲ ਬਾਅਦ ਦੇ ਮੌਕਾ ਮਿਲਿਆ ਇਸ ਸੀਟ ਤੇ ਬੈਠਣ ਦਾ। ਹਾਂਜੀ, ਕਿੰਨਾ ਕੁ ਮਨ ਖੁਸ਼ ਆ ਜਦੋਂ ਲੋਕਾਂ ਦੇ ਕੰਮ ਹੋ ਰਹੇ ਨੇ, ਲੋਕ ਖੁਸ਼ ਨੇ, ਲੋਕ ਫੋਨ ਕਰਕੇ ਦੁਬਾਰਾ ਪਹਿਲਾਂ ਫੋਨ ਕਰਦੇ ਨੇ, ਕੰਪਲੇਂਟ ਦਿੰਦੇ ਨੇ ਜੀ, ਉਸ ਤੋਂ ਬਾਅਦ ਲੋਕ ਦੁਬਾਰਾ ਫੋਨ ਕਰਦੇ ਨੇ ਜੀ ਧੰਨਵਾਦ ਜੀ ਸਾਡਾ ਇਹ ਕੰਮ ਹੋ ਗਿਆ, ਤਾਂ ਸਾਨੂੰ ਬੜੀ ਖੁਸ਼ੀ ਹੈ। ਉਦੋਂ ਮਨ ਬਹੁਤ ਖੁਸ਼ ਹੁੰਦਾ ਹੈ। ਸਾਨੂੰ ਇਹੀ ਚੀਜ਼ ਚਾਹੀਦੀ ਹੈ ਕਿ ਲੋਕ ਖੁਸ਼ ਨੇ ਤਾਂ ਅਸੀਂ ਵੀ ਖੁਸ਼ ਹਾਂ। ਔਰ ਸਾਨੂੰ ਜਿੱਥੇ ਵੀ ਕੋਈ ਦਿੱਕਤ ਆਉਂਦੀ ਹੈ ਸਾਡੇ ਨਾਲ MLA ਦੇਵਮਾਨ ਜੀ ਸਾਡੇ ਨਾਲ ਬਿਲਕੁਲ ਖੜੇ ਨੇ, ਚਾਹੇ ਉਹ ਅਸੀਂ ਕੋਈ ਨਜਾਇਜ਼ ਕਬਜ਼ਿਆਂ ਦੇ ਵਿੱਚ ਹੈ, ਚਾਹੇ ਕੋਈ ਸਾਫ਼ ਸਫਾਈ ਹੈ, ਸੁੰਦਰਤਾ ਹੈ, ਉਹਦੇ ਵਿੱਚ ਸਾਡੇ ਨਾਲ ਖੜੇ ਨੇ। ਵੱਡੇ ਅਫਸਰ
ਸਾਰੇ ਸਾਡੇ ਨਾਲ ਖੜੇ ਨੇ, ਸਾਨੂੰ ਐਪਰੀਸ਼ੀਏਟ ਕਰ ਰਹੇ ਨੇ। ਠੀਕ ਹੈ, ਵਿਰੋਧੀਆਂ ਦਾ ਕੰਮ ਹੈ ਬੋਲਣਾ, ਉਹ ਬੋਲਣਗੇ, ਔਰ ਹੌਲੀ ਹੌਲੀ ਮੈਨੂੰ ਤਾਂ ਐਂ ਲੱਗਦਾ ਵੀ ਵਿਰੋਧੀ ਵੀ ਨਾਲ ਹੀ ਹੋ ਜਾਣਗੇ, ਕਿਉਂਕਿ ਜਦੋਂ ਉਹ ਦੇਖਣਗੇ ਵੀ ਇੰਨਾ ਸਾਫ਼ ਸੁਥਰਾ, ਇੰਨੇ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ, ਤਾਂ ਉਹਨਾਂ ਨੂੰ ਵੀ ਸ਼ਾਇਦ ਆਪਣੀ ਵਿਰੋਧਤਾ ਛੱਡਣੀ ਪਊਗੀ ਜੀ। ਬਿਲਕੁਲ। ਕਦੇ ਸੋਚਿਆ ਤੀ ਵੀ ਸੁਜਾਤਾ ਚਾਵਲਾ ਇਸ ਸੀਟ ਤੇ ਬੈਠੂਗੀ? ਨਹੀਂ ਜੀ, ਬਿਲਕੁਲ ਕਦੇ ਵੀ ਦਿਮਾਗ ਵਿੱਚ ਨਹੀਂ ਸੀਗੀ ਇਹ ਚੀਜ਼। ਕੰਮ ਕਰਦੇ ਜਾ ਰਹੇ ਸੀ, ਲੋਕਾਂ ਨੂੰ ਇਹ ਸੀਗਾ ਵੀ ਕੀ ਗੱਲ ਤੁਸੀਂ ਬੜੇ ਲੋਕਾਂ ਨੂੰ ਨਹੀਂ, ਮਤਲਬ ਕੁਝ ਇਹੋ ਜਿਹੇ ਚੁਣਿੰਦਾ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਕੀ ਗੱਲ ਤੁਸੀਂ ਸਾਰਿਆਂ ਦਾ ਠੇਕਾ ਚੱਕਿਆ ਜੀ, ਤੁਸੀਂ MLA ਬਣਨੇ, ਮਤਲਬ ਹੱਸਦਾ ਹੀ ਦਾ ਸੀਗਾ ਵੀ ਇਹ ਜੀ ਤਾਂ ਸਾਡੀ ਕੋਈ ਸੋਚ ਹੀ ਨਹੀਂ ਹੈਗੀ। ਪਰ MLA ਛੱਡੋ, ਅਸੀਂ ਤਾਂ ਕਦੇ ਪ੍ਰਧਾਨਗੀ ਦੀ ਸੀਟ ਦਾ ਵੀ ਨਹੀਂ ਸੋਚਿਆ ਸੀ। ਇਹ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਡੇ MLA ਦੇਵ ਮਾਨ ਸਾਹਿਬ ਜੀ ਦਾ, ਵੀ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ, ਸਾਡੀ ਮਿਹਨਤ ਦਾ ਮੁੱਲ ਪਾਇਆ। ਅਸੀਂ ਮਿਹਨਤ ਕੀਤੀ ਹੈ, ਰੱਜ ਕੇ ਮਿਹਨਤ ਦਾ ਮੁੱਲ ਪਾਇਆ, ਔਰ ਅੱਜ ਵੀ ਅਸੀਂ ਬੈਠੇ ਨਹੀਂ, ਅੱਜ ਵੀ ਸਾਡੀ ਮਿਹਨਤ ਉਵੇਂ ਹੀ ਲਗਾਤਾਰ ਚੱਲ ਰਹੀ ਹੈ, ਉਸ ਤੋਂ ਬਲਕਿ 10 ਗੁਣਾ ਵੱਧ ਚੱਲ ਰਹੀ ਹੈ। ਕਿਉਂਕਿ ਪਹਿਲਾਂ ਸਿਰਫ ਆਪਣੇ ਵਾਰਡ ਲਈ ਸੀਗੀ, ਤੇ ਹੁਣ ਸਾਰੇ ਸ਼ਹਿਰ ਲਈ ਹੈ, ਤਾਂ ਮਤਲਬ ਆਪਣੇ ਆਪ ਹੀ ਉਹ 10 ਗੁਣਾ ਵੱਧ ਹੋ ਜੂਗੀ ਜੀ। ਇਹ ਵੀ ਚਰਚਾ ਤੀ, ਕਹਿੰਦੇ ਸੀਟ ਬਕਿਆਊ ਤੀ ਕਹਿੰਦੇ। ਹਾਂਜੀ ਬਿਲਕੁਲ, ਇਹ ਵੀ ਚਰਚਾ ਸੀ ਕਿ ਸੀਟ ਵਿਕਾਊ ਹੈ। ਡਰ ਹੁੰਦਾ ਇੱਕ ਮਨ ਵਿੱਚ, ਹੈ ਨਾ, ਤੇ ਜਦੋਂ ਲਾਈਨ ਵਿੱਚ ਲੱਗੇ ਕਿ ਸ਼ਾਇਦ ਹੋ ਸਕਦਾ ਸਾਡਾ, ਤੇ ਪਰ ਇਸ ਗੱਲ ਤੇ ਮਾਣ ਹੈ ਕਿ MLA ਸਾਹਿਬ ਨੇ ਪਹਿਲਾਂ ਅੱਜ ਤੱਕ ਵਿਕਦੀਆਂ ਹੀ ਆਈਆਂ ਨੇ ਸੀਟਾਂ, ਤੇ ਅੱਜ ਇਹ ਫਸਟ ਟਾਈਮ ਐਵੇਂ ਹੋਇਆ ਕਿ ਲੇਡੀਜ਼ ਨੂੰ ਪ੍ਰਧਾਨ ਬਣਾਇਆ ਗਿਆ ਤੇ ਬਿਨਾਂ ਵਿਕੀ ਸੀਟ ਤੇ ਕੋਈ ਪੈਸਾ ਨਹੀਂ ਲਿੱਤਾ ਗਿਆ। ਤੇ MLA ਦੇਵ ਮਾਨ ਜੀ ਨੇ ਮਿਹਨਤ ਦਾ ਮੁੱਲ ਪਾਇਆ। ਉਹਨਾਂ ਨੇ ਅਮੀਰ ਨਹੀਂ ਦੇਖਿਆ, ਗਰੀਬ ਰਜਵਾੜੇ ਨਹੀਂ ਦੇਖਿਆ, ਉਹਨਾਂ ਨੇ ਇਹ ਦੇਖਿਆ ਕਿ ਹਾਂ ਮੈਂ ਸ਼ਹਿਰ ਨੂੰ ਸੁੰਦਰ ਬਣਾਉਣਾ ਹੈ, ਮੈਂ ਇਸ ਚੀਜ਼ ਲਈ ਆਇਆ, ਲੋਕਾਂ ਨੇ ਮੈਨੂੰ ਇਸ ਚੀਜ਼ ਲਈ ਜਿਤਾਇਆ ਹੈ, ਤੇ ਉਸ ਚੀਜ਼ ਲਈ ਕੌਣ MC ਚੁਣਿੰਦਾ ਹੋ ਸਕਦਾ ਹੈ ਜਿਹੜਾ ਕਿ ਇਸ ਇਹ ਕੰਮ ਕਰ ਸਕਦਾ, ਤਾਂ ਉਹਨਾਂ ਨੇ ਸਾਨੂੰ ਚੁਣਿਆ। ਤਾਂ ਮੈਂ ਇਸ ਲਈ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਇੱਕ ਪੈਸਾ ਨਹੀਂ ਲੱਗਿਆ ਜੀ ਸਾਡਾ ਇਸ ਚੀਜ਼ ਵਾਸਤੇ, ਸੀਟ ਉੱਤੇ ਬੈਠਣ ਵਾਸਤੇ ਇੱਕ ਪੰਜੀ ਨਹੀਂ ਅਸੀਂ ਖਰਚ ਕੀਤੀ। ਦੇਵ ਮਾਨ MLA ਸਾਹਿਬ ਜੀ ਨੇ ਸਾਨੂੰ ਐਵੇਂ ਹੀ ਸੀਟ ਨਵਾਜੀ ਹੈ। ਉਹਨਾਂ ਨੇ ਬਸ ਇੱਕ ਪ੍ਰੋਮਿਸ ਕੀਤਾ ਸਾਡੇ ਨਾਲ ਕਿ ਮੈਨੂੰ ਕੰਪਲੇਂਟ ਨਾ ਆਵੇ, 6-7 ਮਹੀਨੇ ਸਾਡੇ ਕੋਲ ਹੈ, ਅਸੀਂ ਕੁਛ ਨਾ ਕੁਛ ਉਹਨਾਂ ਨੂੰ ਕਰਕੇ ਦਿਖਾਣਾ ਹੈ, ਔਰ ਦੇਖ ਵੀ ਰਹੇ ਨੇ, ਉਹਨਾਂ ਨੂੰ ਕਾਫੀ ਚੰਗਾ ਵੀ ਲੱਗ ਰਿਹਾ ਹੈ। ਚੰਗਾ ਵੀ ਲੱਗ ਰਿਹਾ ਕਿਉਂ ਤੁਹਾਡੇ ਜਿਹੜੇ ਪਤੀ ਨੇ ਉਹ ਦਿਨ ਰਾਤ ਹੀ ਸੇਵਾ ਦੇ ਵਿੱਚ ਰਹਿੰਦੇ ਨੇ। ਜੇ ਕਹਿੰਦੇ ਨੌਕਰ ਵੀ ਰੱਖ ਲਈਏ ਤਾਂ ਉਹ ਵੀ ਇੰਨਾ ਕੰਮ ਨਹੀਂ ਦਿੰਦਾ, ਉਹ ਫ੍ਰੀ ਕੰਮ ਕਰ ਰਿਹਾ, ਤੁਹਾਨੂੰ ਨਹੀਂ ਮਹਿਸੂਸ ਹੁੰਦਾ? ਹਾਂਜੀ ਨਹੀਂ ਜੀ, ਉਹ ਬਹੁਤ ਕੰਮ ਕਰ ਰਹੇ ਨੇ। ਦੇਖੋ ਐਪਰੀਸ਼ੀਏਟ ਉਹਨਾਂ ਨੂੰ ਹੀ ਜਾਂਦਾ ਸਾਰਾ, ਹੈ ਨਾ, ਤੇ ਠੀਕ ਹੈ ਕੁਝ ਕੰਮ ਕੁਝ ਹੱਦ ਤੱਕ ਮੈਂ ਸੰਭਾਲੇ ਨੇ, ਪਰ ਬਹੁਤ ਕੰਮ ਨੇ ਕਿ ਜਿਹੜੇ ਉਹ ਅੱਗੇ ਹੋ ਕੇ ਉਹ ਕਰਦੇ ਨੇ। ਰਾਤ ਨੂੰ ਮਤਲਬ ਅਸੀਂ ਘਰ ਹੁੰਦੇ ਹਾਂ, ਮੈਂ ਬੱਚਿਆਂ ਦੇ ਨਾਲ ਹੁੰਦੀ ਹਾਂ, ਤੇ ਉਹ 12:30-1 ਵਜੇ ਤੱਕ, 1:30 ਵਜੇ ਤੱਕ, ਮਤਲਬ ਕਈ ਵਾਰ ਦਿਨ ਦੇ ਟਾਈਮ ਨਹੀਂ ਟਾਈਮ ਮਿਲ ਸਕਦਾ ਵੀ ਸਾਰੇ ਸ਼ਹਿਰ ਵਿੱਚ ਰਾਊਂਡ ਮਾਰਨ ਦਾ, ਕਿਉਂਕਿ ਦਿਨੇ ਸਾਨੂੰ ਕਿਹਾ ਜਾਂਦਾ ਵੀ ਕੰਪਲੇਂਟ ਆਉਂਦੀ ਹੈ ਤਾਂ ਅਸੀਂ ਅੱਗੋਂ ਆਰਡਰ ਕਰ ਦਿੰਦੇ ਹਾਂ ਵੀ ਹਾਂਜੀ ਇਹ ਕੰਪਲੇਂਟ ਨੂੰ ਪੂਰਾ ਕੀਤਾ ਜਾਵੇ, ਤੇ ਕਈ ਵਾਰ ਨਹੀਂ ਬਣਦਾ ਵੀ ਅਸੀਂ ਉੱਥੇ ਜਾ ਕੇ ਕੰਪਲੇਂਟ ਨੂੰ ਦੇਖਿਆ ਜਾਵੇ, ਤੇ ਉਹ ਫਿਰ ਟਾਈਮ ਕੱਢਦੇ ਨੇ ਰਾਤ ਨੂੰ ਉੱਥੇ ਜਾ ਕੇ ਸਾਰੇ ਸ਼ਹਿਰ ਦਾ ਗੇੜਾ ਮਾਰਦੇ ਨੇ, ਲਾਈਟਾਂ ਦੇਖਦੇ ਨੇ, ਤੇ ਨਾਲੀਆਂ ਦੀ ਸਫਾਈ ਦੇਖਦੇ ਨੇ, ਜਿਹੜਾ ਕੰਮ ਚੱਲ ਰਿਹਾ ਹੁੰਦਾ ਉਹਨੂੰ ਦੇਖ ਕੇ ਉੱਥੇ ਲਾਈਵ ਹੁੰਦੇ ਨੇ ਵੀ ਹਾਂਜੀ ਇਹ ਕੰਮ ਅਸੀਂ ਅੱਜ ਕਰਵਾਇਆ ਹੈ। ਤੇ ਮਤਲਬ ਬਹੁਤ ਹੀ ਜ਼ਿਆਦਾ ਮਿਹਨਤ ਹੈ, ਅਣਥੱਕ ਵਾਲੀ ਮਿਹਨਤ ਹੈ ਜੀ। ਅਣਥੱਕ ਵਾਲੀ ਮਿਹਨਤ ਹੈ। ਤੁਹਾਨੂੰ ਵੀ ਗੁੱਸਾ ਤਾਂ ਆ ਜਾਂਦਾ ਹੋਊਗਾ ਜਦੋਂ ਰਾਤ ਨੂੰ ਤੁਹਾਨੂੰ ਉੱਠਣਾ ਪੈਂਦਾ ਹੋਊਗਾ 2 ਵਜੇ, 3 ਵਜੇ ਹੁੰਦੇ, ਤੁਸੀਂ ਸਾਨੂੰ ਡਿਸਟਰਬ ਕਰਦੇ ਹੋ, ਆਪ ਤਾਂ ਤੁਸੀਂ ਧੱਕੇ ਖਾਂਦੇ ਫਿਰਦੇ ਹੋ। ਹਾਂ ਨਹੀਂ ਜੀ ਨਹੀਂ, ਬਿਲਕੁਲ ਹਾਂ ਨਹੀਂ ਜੀ ਨਹੀਂ, ਬਿਲਕੁਲ ਵੀ ਨਹੀਂ, ਬਲਕਿ ਉਸ ਟਾਈਮ ਤੱਕ ਨੀਂਦ ਹੀ ਨਹੀਂ ਆਉਂਦੀ, ਤੇ ਬਲਕਿ ਮੈਂ ਕੱਲ ਹੀ ਫੋਨ ਕਰਕੇ ਕਿਹਾ, ਮੈਂ ਕਿਹਾ ਵੀ ਅੱਗੇ ਤੋਂ ਮਤਲਬ ਰਾਤ ਨੂੰ ਇਕੱਲੇ ਨਹੀਂ ਜਾਣਾ, ਤੇ ਚਲੋ ਵੀ ਮੈਂ ਵੀ ਨਾਲ ਚੱਲਿਆ ਕਰੂੰਗੀ, ਚਲੋ ਰਾਤ ਨੂੰ ਸੇਫ ਹੈ, ਬੱਚੇ ਆਪਣਾ ਘਰ ਹੁੰਦੇ ਨੇ, ਤੇ ਰਾਤ ਨੂੰ ਮੈਂ ਵੀ ਰਾਊਂਡ ਤੇ ਨਾਲ ਚੱਲਿਆ ਕਰੂੰਗੀ। ਦਿਨੇ ਬਹੁਤ ਕੰਮ ਹੁੰਦੇ ਨੇ, ਮਤਲਬ ਸਾਨੂੰ ਤਾਂ ਐਂ ਲੱਗਦਾ ਵੀ ਨਾਭੇ ਦੇ ਇੰਨੇ ਕੰਮ ਨੇ, ਪੂਰਾ ਦਿਨ ਸਾਡੇ ਲਈ ਘੱਟ ਪੈਂਦਾ। ਰਾਤ ਨੂੰ 2-2:30 ਵਜੇ ਆ ਕੇ ਪਈਦਾ, ਤੇ ਫਿਰ ਸਵੇਰੇ 6 ਵਜੇ ਫਿਰ ਡਿਊਟੀ ਹੋ ਜਾਂਦੀ ਹੈ, ਮੁੰਡਿਆਂ ਦੀ ਸ਼ੁਰੂ ਹੋ ਜਾਂਦੀ ਹੈ, ਕੁੜੇ ਵਾਲਿਆਂ ਦੀ ਸ਼ੁਰੂ ਹੋ ਜਾਂਦੀ ਹੈ। ਤੇ ਲਾਈਟਾਂ, ਸਟਰੀਟ ਲਾਈਟਾਂ ਦਾ ਕੰਮ ਬਹੁਤ ਵਧੀਆ ਚੱਲ ਰਿਹਾ। 2 ਟੀਮਾਂ ਸਾਡੀਆਂ ਸਟਰੀਟ ਲਾਈਟਾਂ ਤੇ ਚੱਲੀਆਂ ਹੋਈਆਂ ਨੇ। ਜਿਹੜੀ ਵੀ ਕੰਪਲੇਂਟ ਹੁੰਦੀ ਹੈ, ਆਨਲਾਈਨ ਵੀ ਹੁੰਦੀ ਹੈ, ਆਫਲਾਈਨ ਫੋਨ ਵੀ ਆਉਂਦੇ ਨੇ, ਤੇ ਮੁੰਡੇ ਸਾਡੇ ਬਹੁਤ ਵਧੀਆ ਕੰਮ ਸੰਭਾਲ ਰਹੇ ਨੇ। ਇਹ ਇਹਨਾਂ ਵੀ ਕੰਮ ਕਰਨ ਵਾਲੇ ਬਹੁਤ ਨੇ ਅੱਗੇ, ਪਰ ਕੰਮ ਲੈਣ ਦਾ ਇੱਕ ਤਰੀਕਾ ਵੀ ਹੁੰਦਾ, ਮਤਲਬ ਉਹ ਪੂਰਾ ਮੇਨਟੇਨ ਕਰਨ ਨੂੰ ਸਾਨੂੰ 1 ਮਹੀਨਾ ਲੱਗ ਗਿਆ। ਹੁਣ ਸਾਡਾ ਕੰਮ ਪੂਰਾ ਫਤਿਹ ਚੱਲ ਰਿਹਾ ਹੈ। ਜਿਵੇਂ ਲਾਈਟਾਂ ਵਾਲੇ ਲਗਾ ਲਓ, ਕੂੜੇ ਵਾਲੇ ਲਗਾ ਲਓ, ਮਤਲਬ ਇੱਕ ਉਹਨੂੰ ਸਿਸਟਮ ਬਿਠਾਉਣ ਨੂੰ ਟਾਈਮ ਲੱਗਣਾ ਸੀਗਾ, ਉਹ ਅਸੀਂ 1 ਮਹੀਨੇ ਦੇ ਵਿੱਚ ਸਿਸਟਮ ਬਿਠਾ ਲਿਆ, ਤੇ ਉਹ ਕੰਮ ਚੱਲ ਰਹੇ ਨੇ। ਹੁਣ ਜਿਵੇਂ ਕੰਪਲੇਂਟ ਆਈ ਜਾਂਦੀ ਹੈ, ਜਾਂ ਜੋ ਸਾਨੇ ਆਪਣੇ ਮਾਈਂਡ ਵਿੱਚ ਸੋਚਿਆ ਹੋਇਆ ਸੀਵਰੇਜ ਦਾ, ਜਾਂ ਕੁਝ ਪੱਥਰਾਂ ਵਾਲੀ ਸੜਕ ਦੀ ਸਫਾਈ ਚੱਲ ਰਹੀ ਹੈ। ਕੱਲ ਤੁਹਾਨੂੰ ਪਤਾ ਹੋਊਗਾ ਇੱਥੇ ਧਰਨਾ ਲੱਗਿਆ ਸੀਗਾ, ਹਨਾ, ਤੇ ਉਹ ਸਫਾਈ ਮੈਂ ਉਹੀ ਕਹਿਣਾ ਚਾਹੁੰਦੀ ਹਾਂ ਕਿ 5 ਦਿਨ ਪਹਿਲਾਂ ਉਹ ਸ਼ੁਰੂ ਹੋ ਚੁੱਕੀ ਹੈ ਸਫਾਈ, ਤੇ ਉੱਥੇ ਫਿਰ ਵੀ ਧਰਨਾ ਲਗਾਇਆ ਗਿਆ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ
ਬੜੇ ਮਤਲਬ ਮਨ ਦੇ ਵਿੱਚ ਬਹੁਤ ਦਿਮਾਗ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਨੇ ਵੀ ਅੱਜ ਸਵੇਰੇ ਉੱਠ ਕੇ ਇੱਥੇ ਕੰਮ ਸ਼ੁਰੂ ਕਰਨਾ ਹੈ, ਅੱਜ ਸਵੇਰੇ ਉੱਠ ਕੇ ਉੱਥੇ ਕੰਮ ਸ਼ੁਰੂ ਕਰਨਾ ਹੈ। ਤੇ ਬੜਾ ਮਾਈਂਡ ਦੇ ਵਿੱਚ, ਕਿਉਂਕਿ ਪੂਰਾ ਨਾਭਾ ਹੀ ਅਸਤ ਵਿਅਸਤ ਹੋਇਆ ਪਿਆ ਹੈ, ਤੇ ਸਾਨੂੰ ਮਤਲਬ ਇਸ ਤਰ੍ਹਾਂ ਤੁਸੀਂ ਡਿਸਟਰਬ ਨਾ ਕਰੋ, ਬਲਕਿ ਸਾਡਾ ਸਾਥ ਦਿਓ। ਜਿੱਥੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਨਾਭੇ ਦੇ ਵਿੱਚ, ਉੱਥੇ ਤੁਸੀਂ ਸਾਨੂੰ ਕੰਪਲੇਂਟ ਕਰੋ ਔਰ ਸਾਨੂੰ ਥੋੜਾ ਜਿਹਾ ਟਾਈਮ ਦਿਓ, ਉਹ ਵਿਦਿਨ 1-2 ਡੇਜ਼ ਦੇ ਵਿੱਚ ਅਸੀਂ ਤੁਹਾਡੀ ਕਲੀਅਰ ਕਰ ਦਾਂਗੇ ਜੀ। ਪਹਿਲੇ ਕਹਿੰਦੇ ਨੇ ਕਦੇ ਮਰਦਾਂ ਨੂੰ ਔਰਤਾਂ ਅੱਗੇ ਨੇ, ਪਰ 3 ਔਰਤਾਂ ਨੂੰ ਕਹਿੰਦੇ ਜ਼ਿੰਮੇਵਾਰੀ ਆਮ ਪਾਰਟੀ ਨੇ ਦਿੱਤੀ ਗਈ ਹੈ, ਬਲਕਿ ਤੁਸੀਂ ਬਹੁਤ ਅੱਗੇ ਵਧਦੇ ਜਾ ਰਹੇ ਹੋ। ਹਾਂਜੀ ਹਾਂਜੀ ਬਿਲਕੁਲ ਜੀ। ਨਾਲ ਸਾਥ ਹੈ ਮੇਰੇ ਹਸਬੈਂਡ ਦਾ, ਬਹੁਤ ਵਧੀਆ ਸਾਥ ਹੈ, ਜਿਹੜੇ ਕਿ ਸ਼ੁਰੂ ਤੋਂ ਹੀ ਸਭ ਨੂੰ ਪਤਾ ਹੈ ਵੀ ਬਹੁਤ ਅਣਥੱਕ ਮਿਹਨਤ ਕਰਦੇ ਨੇ। ਤੇ ਨਾਲ ਮਿਸਿਸ ਮੱਗੋ ਜੀ ਨੇ, ਕਰਮਜੀਤ ਜੀ ਨੇ, ਤੇ ਉਹ ਵੀ ਸਾਡਾ ਵੱਧ ਚੜ ਕੇ ਸਾਥ ਦੇ ਰਹੇ ਨੇ। ਸਾਰੇ MCA ਭਰਾਵਾਂ ਦਾ ਵੀ ਸਾਨੂੰ ਬਹੁਤ ਵਧੀਆ ਸਾਥ ਮਿਲ ਰਿਹਾ ਹੈ। ਉਹਨਾਂ ਨੇ ਇਹੀ ਸਾਨੂੰ ਕਿਹਾ ਵੀ ਜਿੱਥੇ ਵੀ ਤੁਸੀਂ ਸਾਨੂੰ ਕਹੋਗੇ ਅਸੀਂ ਉੱਥੇ ਸਾਈਨ ਕਰਨ ਨੂੰ ਤਿਆਰ ਆ, ਕਿਉਂਕਿ ਸਾਨੂੰ ਪਤਾ ਹੈ ਵੀ ਤੁਸੀਂ ਕਲੀਨ ਸਿਟੀ ਨਾਭਾ ਨੂੰ ਬਣਾਉਣਾ ਹੈ। ਤੇ ਬੜੇ ਵਧੀਆ ਸਾਨੂੰ ਸਾਥ ਮਿਲ ਰਿਹਾ। ਜਿੱਥੇ ਵੀ ਅਸੀਂ ਕਹਿੰਦੇ ਆ ਵੀ ਹਾਂਜੀ ਇੱਥੇ ਆਪਾਂ ਨੇ ਸਫਾਈ ਕਰਨੀ ਹੈ, ਜਾਂ ਇੱਥੇ ਆਪਾਂ ਨੇ ਡੰਪ ਚੱਕਣਾ ਹੈ, ਜਾਂ ਇੱਥੇ ਇਹ ਚੀਜ਼ ਹੋਣਾ ਚਾਹੀਦਾ ਹੈ, ਤਾਂ ਮਤਲਬ ਇੱਕ ਆਵਾਜ਼ ਤੇ ਸਾਡੇ ਨਾਲ ਖੜੇ ਹੁੰਦੇ ਨੇ ਤੇ ਸਾਡਾ ਸਾਥ ਵੀ ਪੂਰਾ ਦਿੰਦੇ ਨੇ। ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦਾ ਸਮਾਂ ਮਿਲਿਆ? ਹਾਂਜੀ, ਹਸਬੈਂਡ ਗਏ ਸੀ, ਇੱਕਦਮ ਅਚਨਚੇਤ ਹੀ ਪ੍ਰੋਗਰਾਮ ਬਣ ਗਿਆ ਤੇ ਬਾਹਰ ਹੀ ਸੀਗੇ, ਬਾਹਰੋਂ ਹੀ ਨਿਕਲ ਕੇ, ਬਲਕਿ ਮੈਨੇ ਕਿਹਾ ਸੀਗਾ ਵੀ ਮੈਨੇ ਵੀ ਜਾਣਾ ਹੈ, ਪਰ ਉਹ ਮੌਕਾ ਨਹੀਂ ਸੀਗਾ। ਤੇ ਬੜਾ ਇੰਸਟੈਂਟ ਮੌਕਾ ਮਿਲਿਆ, ਬੜੀ ਵਧੀਆ ਉਹਨਾਂ ਦੇ ਨਾਲ ਮੀਟਿੰਗ ਰਹੀ। ਉਹਨਾਂ ਨੂੰ ਆਪਣੇ ਕੰਮਕਾਰ ਦੱਸੇ ਗਏ ਕਿ ਦੇਵਮਾਨ ਜੀ ਨੇ ਜੋ ਟੀਚਾ ਅਪਣਾਇਆ ਹੋਇਆ ਉਹ ਕੰਮ ਸਾਰੇ ਚੱਲ ਰਹੇ ਨੇ। ਬੜਾ ਵਧੀਆ ਡਿਸਪੈਂਸਰੀ ਵੀ ਖੋਲ੍ਹੀ ਗਈ ਹੈ ਨਾਭੇ ਦੇ ਵਿੱਚ, ਜਿਹਦੇ ਵਿੱਚ ਬੜੀਆਂ ਸਹੂਲਤਾਂ ਮਿਲਣਗੀਆਂ, ਫ੍ਰੀ ਆਫ ਕੋਸਟ ਮੈਡੀਸਨ ਮਿਲੇਗੀ, ਤੇ ਉੱਥੇ ਲੈਬ ਵੀ ਹੈ, ਤੁਹਾਨੂੰ ਟੈਸਟ ਵੀ ਤੁਹਾਡੇ ਫ੍ਰੀ ਹੋਣਗੇ। ਤੇ ਇਸੇ ਤਰ੍ਹਾਂ ਹੋਰ ਵੀ ਸਰਕਾਰ ਵੱਲੋਂ ਸਹੂਲਤਾਂ ਮਿਲਣਗੀਆਂ। ਡਿਸਪੈਂਸਰੀ ਹੋਰ ਵੀ ਖੋਲ੍ਹੀਆਂ ਜਾਣਗੀਆਂ, ਤੇ ਸਾਰੇ ਸ਼ਹਿਰਾਂ ਦੇ ਵਿੱਚ 75 ਡਿਸਪੈਂਸਰੀਆਂ ਖੋਲ੍ਹੀਆਂ ਜਾਣੀਆਂ ਨੇ, ਤੇ ਉਹਦਾ ਬੜਾ ਵਧੀਆ ਸਾਥ ਮਿਲ ਰਿਹਾ ਹੈ। ਬਹੁਤ ਕੰਮ ਨੇ ਜੀ, ਬੂਟੇ ਵੀ ਲਗਾਏ ਜਾ ਰਹੇ ਨੇ ਜਿੱਥੇ ਬੂਟੇ ਲੱਗਣੇ ਨੇ। ਬਾਕੀ ਬੜੇ ਵਧੀਆ ਸਾਰੇ ਕੰਮ ਚੱਲ ਰਹੇ ਨੇ। ਜਿਵੇਂ ਜਿਵੇਂ ਮਤਲਬ ਦਿਮਾਗ ਵਿੱਚ ਆਈ ਜਾਂਦਾ ਹੈ ਵੀ ਇੱਥੇ ਸੀਵਰੇਜ ਪੈਣ ਵਾਲਾ, ਇੱਥੇ ਸੀਵਰੇਜ ਖੋਲ੍ਹਣ ਵਾਲਾ ਹੈ, ਜਾਂ ਇੱਥੇ ਕੋਈ ਵੀ ਕੰਮ ਹੋਣ ਵਾਲਾ ਹੈ, ਉਵੇਂ ਉਵੇਂ ਕੰਮ ਚੱਲੀ ਜਾ ਰਹੇ ਨੇ ਜੀ। ਅਗਲਾ ਟੀਚਾ ਕੀ ਹੈ ਸੁਜਾਤਾ ਚਾਵਲਾ ਦਾ? ਟੀਚਾ ਤਾਂ ਹਲੇ ਚੱਲ ਹੀ ਰਿਹਾ ਜੀ, ਟੀਚਾ ਹਲੇ ਵਿੱਚ ਹੀ ਹੈ ਕਿ ਇਹ ਕੰਪਲੀਟ ਨਹੀਂ ਹੋਇਆ, ਹਲੇ ਇਹੀ ਚੱਲ ਰਿਹਾ ਸਾਫ਼ ਸਫਾਈ ਦਾ। ਸਭ ਤੋਂ ਪਹਿਲਾਂ ਤਾਂ ਕਲੀਨ ਸਿਟੀ, ਉਸ ਤੋਂ ਬਾਅਦ ਗ੍ਰੀਨ ਸਿਟੀ। ਹਾਂਜੀ, ਦੇਵਮਾਨ ਸਾਹਿਬ ਜੀ ਦੇ ਭਰਾਵਾਂ ਨੇ ਵੀ, ਉਹਨਾਂ ਨੇ ਵੀ ਬੜਾ ਵਧੀਆ ਇੱਕ ਮੁਹਿੰਮ ਚੱਲ ਪਈ ਹੈ ਕਿ ਜਨਮ ਦਿਨ ਦੇ ਉੱਤੇ ਬੂਟੇ ਲਗਾਉਣ ਦੀ, ਤੇ ਉਹ ਕੰਟੀਨਿਊ ਚੱਲੀ ਜਾ ਰਹੀ ਹੈ। ਤੇ ਇਹਦੇ ਨਾਲ ਗ੍ਰੀਨ ਸਿਟੀ ਹੋਈ ਜਾ ਰਹੀ ਹੈ, ਕਲੀਨ ਅਸੀਂ ਇੱਧਰੋਂ ਕਰੀ ਜਾ ਰਹੇ ਹਾਂ। ਤੇ ਇਹ ਹੈ ਕਿ ਸੀਵਰੇਜ ਨਹੀਂ ਪਏ ਹੋਏ ਨਾਭੇ ਸ਼ਹਿਰ ਦੇ ਵਿੱਚ, ਸੀਵਰੇਜ ਦੀ ਬਹੁਤ ਜ਼ਿਆਦਾ ਕਮੀ ਹੈ। ਸੀਵਰੇਜ ਪਾਏ ਜਾਣਗੇ, ਉਹਨਾਂ ਨੂੰ ਜਿਹੜੇ ਕਈ ਪਏ ਹੋਏ ਨੇ ਸੀਵਰੇਜ, ਉਹਨਾਂ ਨੂੰ ਖੋਲ੍ਹਿਆ ਵੀ ਜਾਊਗਾ। ਤੇ ਲੋਕਾਂ ਦੀਆਂ ਹੋਰ ਜਿਵੇਂ ਵੀ ਪ੍ਰੋਬਲਮਸ ਨੇ, ਮੈਨੂੰ ਤਾਂ ਲੱਗਦਾ ਇਹੀ ਮੇਨ ਪ੍ਰੋਬਲਮਸ ਹੁੰਦੀਆਂ ਨੇ। ਇੱਕ ਤਾਂ ਲਾਈਟਾਂ ਦੀ ਦਿੱਕਤ ਬੜੀ ਆਉਂਦੀ ਹੈ ਲੋਕਾਂ ਨੂੰ, ਉਹ ਕੰਪਲੀਟ ਹੋ ਰਹੀ ਹੈ ਸਾਡੀ। ਬਾਕੀ ਕੂੜੇ ਕਰਕਟ ਦੀ ਦਿੱਕਤ ਹੈ। ਬਾਕੀ ਇਹ ਵੀ ਸਰਕਾਰ ਹੈ, ਲੋਕਾਂ ਨਾਲ ਕੋਈ ਵੀ ਧੱਕਾ ਨਹੀਂ ਹੋਊਗਾ। ਜਿਹੜਾ ਬਲਕਿ ਪਹਿਲਾਂ ਧੱਕਾ ਹੋਇਆ ਪਿਆ ਉਹਨੂੰ ਮਤਲਬ ਸਹੀ ਕੀਤਾ ਜਾਊਗਾ। ਹਾਂਜੀ, ਤੇ ਮਤਲਬ ਇਹ ਨਹੀਂ ਹੈ ਵੀ ਅਸੀਂ ਆਪਣੀ ਸਰਕਾਰ ਦਾ ਰੋਹਬ ਮਾਰ ਕੇ ਕਿਸੇ ਨੂੰ ਮਤਲਬ ਕੁਝ ਵੀ, ਕੋਈ ਨਜਾਇਜ਼ ਕਬਜ਼ਾ ਨਹੀਂ, ਕੋਈ ਕੁਝ ਨਹੀਂ। ਬਿਲਕੁਲ ਸਾਫ਼ ਸੁਥਰੇ ਤਰੀਕੇ ਨਾਲ ਅਸੀਂ ਇਸ ਸੀਟ ਦੇ ਉੱਤੇ ਬੈਠੇ ਹਾਂ, ਔਰ ਉਵੇਂ ਹੀ ਸਾਫ਼ ਸੁਥਰੇ ਤਰੀਕੇ ਨਾਲ ਅਸੀਂ ਸ਼ਹਿਰ ਨੂੰ ਪੂਰੇ ਨੂੰ ਚਲਾਉਣਾ ਚਾਹੁੰਦੇ ਹਾਂ। ਕਹਿੰਦੇ ਸੁਜਾਤਾ ਚਾਵਲਾ MC ਤੋਂ ਪ੍ਰਧਾਨ ਤੋਂ ਕਹਿੰਦੇ ਉੱਚ ਪੰਜਾਬ ਦੇ ਵਿੱਚ ਵੀ ਪੈਰ ਧਰ ਸਕਦੀ ਹੈ ਕਿਸੇ ਟਾਈਮ, ਸੋਚ ਹੈ? ਨਹੀਂ ਜੀ, ਬਿਲਕੁਲ ਇਹ ਜੀ ਸੋਚ ਨਹੀਂ ਹੈ। ਰੱਬ ਇਹੀ ਸੀਟ ਨਵਾਜੀ ਹੈ ਤੇ ਇਸੇ ਸੀਟ ਦੇ ਉੱਪਰ ਖਰੇ ਉਤਰੀਏ ਜੀ। ਇਸ ਤੋਂ ਉੱਪਰ ਅਸੀਂ ਕੁਝ ਨਹੀਂ ਸੋਚਿਆ। ਤੇ ਇਹ ਸਾਡੇ ਦੇਵਮਾਨ MLA ਸਾਹਿਬ ਜੀ ਬੈਠੇ ਨੇ, ਉਹਨਾਂ ਦੀ ਸੋਚ ਬੜੀ ਵਧੀਆ ਹੈ। ਉਹਨਾਂ ਦੀ ਜੋ ਸੋਚ ਬਹੁਤ ਅੱਗੇ ਤੱਕ ਜਾਂਦੀ ਹੈ, ਕਿਉਂਕਿ ਉਹ ਕੈਨੇਡਾ ਦੇ ਵੀ PR ਨੇ ਤੇ ਉਹਨਾਂ ਨੇ ਉੱਥੇ ਸਾਫ਼ ਸੁਥਰਾ ਮਾਹੌਲ ਦੇਖਿਆ ਹੋਇਆ ਹੈ। ਹੁਣ ਅਸੀਂ ਇੱਕ ਇੰਦੌਰ ਦੀ ਟੀਮ ਵੀ ਲੈ ਕੇ ਆਵਾਂਗੇ ਜੀ, ਜਿਹਦੇ ਵਿੱਚ ਸਾਫ਼ ਸਫਾਈ ਦਾ ਸਾਨੂੰ ਦਿਖਾਇਆ ਜਾਊਗਾ, ਸਾਨੂੰ ਅੱਗੇ ਦੱਸਿਆ ਜਾਊਗਾ ਵੀ ਸਾਫ਼ ਸਫਾਈ ਕਿਵੇਂ ਮੇਨਟੇਨ ਕਰਨੀ ਹੈ। ਇੰਦੌਰ ਦਾ ਤੁਸੀਂ ਜਾਣਦੇ ਹੋਵੋਗੇ ਕਿ ਇੰਦੌਰ ਸਿਟੀ ਪਹਿਲਾਂ ਬਹੁਤ ਹੀ ਇਸੇ ਤਰ੍ਹਾਂ ਨਾਭੇ ਦੇ ਵਾਂਗ ਹੀ ਹੁੰਦੀ ਸੀ, ਨਾਭੇ ਤੋਂ ਵੀ ਸ਼ਾਇਦ ਬੱਤਰ ਹਾਲਤ ਹੁੰਦੀ ਸੀਗੀ, ਤੇ ਹੁਣ ਇੰਦੌਰ ਸਿਟੀ ਬਹੁਤ ਹੀ ਇੱਕ ਕਲੀਨ, ਬਹੁਤ ਹੀ ਵਧੀਆ ਬਣ ਚੁੱਕੀ ਹੈ। ਤੇ ਉਹੀ ਟੀਮ ਅਸੀਂ ਮਤਲਬ ਸੋਚਿਆ ਵੀ ਇੱਥੇ ਲੈ ਕੇ ਆਉਣ ਦਾ। ਤੇ ਜਿਵੇਂ ਜਿਵੇਂ ਮਤਲਬ ਸਾਨੂੰ ਗਾਈਡੈਂਸ ਮਿਲੂਗੀ, ਕੁਝ ਸਾਡਾ ਅਸੀਂ ਖੁਦ ਵੀ ਕਰ ਰਹੇ ਹਾਂ, ਕੁਝ ਬੜਾ ਫਰਕ ਪੈਂਦਾ ਪ੍ਰੋਫੈਸ਼ਨਲ ਦਾ। ਤੇ ਜਿਵੇਂ ਉਹ ਮਤਲਬ ਦੱਸਣਗੇ ਉਵੇਂ ਹੀ ਅਸੀਂ ਆਪਣੇ ਨਾਭੇ ਲਈ ਜੋ ਸਾਡਾ ਬੈਨੀਫਿਟ ਹੋਊਗਾ ਅਸੀਂ ਉਹ ਕਰਾਂਗੇ ਜੀ। ਜੇ ਪਾਰਟੀ ਚਾਹੂ ਪੰਜਾਬ ਲੈਵਲ ਤੇ ਜਾ ਸਕਦੇ ਹਾਂ?
ਨਹੀਂ ਜੀ, ਐਸੀ ਕੋਈ ਬਿਲਕੁਲ ਐਸੀ 1% ਸੋਚ ਕੋਈ ਹੈ? ਸੋਚ ਨਹੀਂ, ਐਸੀ ਕੋਈ ਸੋਚ ਨਹੀਂ ਹੈ। ਪ੍ਰਧਾਨਗੀ ਦੀ ਸੀਟ ਤੱਕ ਸਾਨੂੰ ਇਹ ਹੈ ਕਿ ਨਾਭੇ ਦਾ ਸਟੈਂਡਰਡ ਅਪ ਹੋਵੇ। ਜਿੱਥੇ ਅਸੀਂ ਰਹਿੰਦੇ ਹਾਂ ਨਾਭਾ ਹੀ ਸਾਨੂੰ ਸਭ ਤੋਂ ਜ਼ਿਆਦਾ ਪਿਆਰਾ ਹੈ ਕਿ ਨਾਭੇ ਦੇ ਵਿੱਚ ਸਾਫ਼ ਸਫਾਈ ਹੋਵੇ। ਬਸ ਸਾਡਾ ਸਿਰਫ ਨਾਭੇ ਤੱਕ ਦਾ ਹੀ ਟੀਚਾ ਹੈ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਪ੍ਰਧਾਨ ਜੀ, ਇੱਦਾਂ ਤੁਹਾਡਾ ਕੀਮਤੀ ਸਮਾਂ ਲਿਆ ਧੰਨਵਾਦ ਸੀ। ਜੀ, ਧੰਨਵਾਦ। ਬਿਲਕੁਲ ਇਹ ਧੰਨਵਾਦ ਸਨ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਸੁਜਾਤਾ ਚਾਵਲਾ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦਾ ਇੱਕੋ ਸੁਪਨਾ ਨਾਭਾ ਨੂੰ ਸੁੰਦਰ ਬਣਾਉਣਾ ਤੇ ਸੁੰਦਰ ਬਣਾ ਕੇ ਕਹਿੰਦੇ ਰਹਾਂਗੇ। ਪਰ ਸੋਚਿਆ ਵੀ ਨਹੀਂ ਸੀ ਸੁਜਾਤਾ ਚਾਵਲਾ ਇਸ ਕੁਰਸੀ ਤੇ ਕਦੇ ਬਿਰਾਜਮਾਨ ਹੋਵੇਗੀ। ਪਰ ਆਮ ਪਾਰਟੀ ਦੇ ਵਿਧਾਇਕ ਨੇ ਦੇਮਾ ਨਾਭਾ ਤੋਂ ਉਹਨਾਂ ਦੀਆਂ ਤਾਰੀਫਾਂ ਬਿਲਕੁਲ ਕੀਤੀਆਂ ਨੇ ਇਹਨਾਂ ਨੇ ਵੀ ਉਹਨਾਂ ਦੀ ਬਦੌਲਤ ਅਸੀਂ ਸਾਡੇ ਕੰਮ ਨੂੰ ਦੇਖ ਕੇ ਉਹਨਾਂ ਨੇ ਸਾਨੂੰ ਇਸ ਪ੍ਰਧਾਨਗੀ ਦੀ ਸੀਟ ਦੇ ਲਈ ਚੁਣਿਆ। ਲੋਕਾਂ ਦੇ ਕੰਮ ਨੇ ਜਿਹੜੇ ਉਹ ਅਸੀਂ ਇਮਾਨਦਾਰੀ ਦੇ ਨਾਲ ਕਰਦੇ ਰਹਾਂਗੇ। ਨਾਭਾ ਤੋਂ ਹਰਮੀਤ ਸਿੰਘ ਮਾਨ।